ਸਤਿ ਸ੍ਰੀ ਅਕਾਲ ਤੇ ਸਭ ਨੂੰ ਮੇਰਾ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੇਸਿੰਗ ਆਡੀਓ ਟੀਮ ਦੇ ਵੱਲੋਂ ਆ। ਅੱਜ ਅਸੀਂ ਇਸ ਆਡੀਓ ਵਿੱਚ ਪਿਤਾਮਹ ਬ੍ਰਹਮਰਸ਼ੀ ਪੱਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਕਰਮਾਂ ਦੇ ਅਨੇਕ ਰੂਪਾਂ ਦੇ ਬਾਰੇ ਵਿੱਚ ਜਾਣਕਾਰੀ ਹਾਸਲ ਕਰਾਂਗੇ। ਕਰਮ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲਾ ਹੈ ਨਿੱਤਯ ਕਰਮ, ਦੂਜਾ ਸਤਯ ਕਰਮ। ਨਿੱਤਯ ਕਰਮ ਨੂੰ ਫਿਰ ਤੋਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਬੁਰਾ ਕਰਮ ਜਾਂ ਮਾੜਾ ਕਰਮ, ਦੂਜਾ ਅੱਛਾ ਕਰਮ ਜਾਂ ਚੰਗਾ ਕਰਮ। ਬੁਰੇ ਕਰਮ ਕਿਹਨੂੰ ਕਹਿੰਦੇ ਨੇ ਤੇ ਬੁਰੇ ਕਰਮ ਕਿਸ ਤਰ੍ਹਾਂ ਦੇ ਹੁੰਦੇ ਨੇ, ਇਸ ਦੇ ਬਾਰੇ ਵਿੱਚ ਪੱਤਰੀ ਜੀ ਲਿਖਦੇ ਨੇ। ਜੇ ਕੋਈ ਵਿਅਕਤੀ ਆਪਣੀ ਸੋਚ ਨਾਲ ਜਾਂ ਆਪਣੇ ਖੋਟੇ ਕੰਮ ਨਾਲ ਦੂਜੀ ਆਤਮਾਵਾਂ ਦੀ ਤਰੱਕੀ ਜਾਂ ਰੋਜ਼ਮਰਾ ਦੇ ਜੀਵਨ ਵਿੱਚ ਮੁਸ਼ਕਿਲਾਂ ਜਾਂ ਰੁਕਾਵਟਾਂ ਪੈਦਾ ਕਰੇ, ਜਾਂ ਉਹ ਦੂਜੇ ਦੀ ਇੱਛਾ ਵਿੱਚ ਰੁਕਾਵਟਾਂ ਪਾਵੇ, ਉਸ ਨੂੰ ਬੁਰਾ ਕਰਮ ਕਵਾਂਗੇ। ਇੱਥੇ ਮਾੜੇ ਸੋਚ ਵਿਚਾਰ ਜਾਂ ਕੋਈ ਮਾੜਾ ਕੰਮ ਦੋਨੋਂ ਹੀ ਇੱਕ ਬਰਾਬਰ ਹਨ। ਵਿਚਾਰ ਤੇ ਕੰਮ ਦੋਨੋਂ ਹੀ ਕਰਮ ਫਲ ਦਿੰਦੇ ਹਨ। ਸੱਚੀ ਗੱਲ ਇਹ ਹੈਗੀ ਕਿ ਲਗਾਤਾਰ ਰਹਿਣ ਵਾਲੇ ਬੁਰੇ ਵਿਚਾਰ ਮਾੜੇ ਕੰਮ ਤੋਂ ਵੀ ਜ਼ਿਆਦਾ ਬੁਰੇ ਕਰਮਾਂ ਨੂੰ ਹੀ ਜੋੜਦੇ ਨੇ। ਇੱਕ ਬੁਰਾ ਕੰਮ ਜ਼ਿਆਦਾਤਰ ਕੁਝ ਪਲਾਂ ਦੇ ਜੋਸ਼ ਦੇ ਵਿੱਚ ਆ ਕੇ ਕਰ ਬੈਠਦੇ ਹਾਂ, ਫਿਰ ਪਛਤਾਵੇ ਵਿੱਚ ਪੈ ਕੇ ਇਹ ਫੈਸਲਾ ਲੈਂਦੇ ਹਾਂ ਕਿ ਅੱਗੋਂ ਤੋਂ ਇਹੋ ਜਿਹਾ ਕੰਮ ਨਹੀਂ ਕਰਾਂਗੇ। ਇਹੋ ਕੋਸ਼ਿਸ਼ ਰਹਿੰਦੀ ਹੈ, ਲੇਕਿਨ ਬੁਰੇ ਵਿਚਾਰਾਂ ਨੂੰ ਅਸੀਂ ਕਈ ਵਾਰੀ ਅਣਦੇਖਾ ਕਰ ਦਿੰਦੇ ਹਾਂ ਕਿਉਂਕਿ ਉਹ ਸਾਹਮਣੇ ਦਿਖਦਾ ਹੀ ਨਹੀਂ ਹੈ। ਅਸਲ ਵਿੱਚ ਜੇ ਕੋਈ ਕਿਸੇ ਦੇ ਬਾਰੇ ਵਿੱਚ ਬੁਰਾ ਸੋਚੇ ਪਰ ਖੁਦ ਉਹਦਾ ਉਸੇ ਵਕਤ ਬੁਰਾ ਨਾ ਕਰੇ, ਪਰ ਆਪਣੇ ਵਿਚਾਰਾਂ ਦੀ ਲਹਿਰਾਂ ਨਾਲ ਦੂਜੇ ਮਨੁੱਖ ਨੂੰ ਬੁਰੇ ਵਿਚਾਰਾਂ ਦੀ ਤਾਕਤ ਭੇਜ ਕੇ ਅਸੀਂ ਉਸ ਤੋਂ ਬੁਰਾ ਕੰਮ ਕਰਵਾਉਣ ਦਾ ਸਬਬ ਬਣ ਜਾਂਦੇ ਹਾਂ। ਇਸ ਵਾਸਤੇ ਜੇ ਕਿਸੇ ਨੇ ਆਪਣੇ ਬੁਰੇ ਕਰਮ ਤੋਂ ਮੁਕਤੀ ਪਾਣੀ ਹੈ ਤੇ ਉਹਨੂੰ ਆਪਣੇ ਵਿਚਾਰਾਂ ਤੇ ਕੰਮ ਦੋਨਾਂ ਦੇ ਉੱਤੇ ਨਿਗਰਾਨੀ ਰੱਖਣੀ ਪਊਗੀ। ਅੱਛਾ ਕਰਮ, ਹੁਣ ਸਵਾਲ ਇਹ ਹੁੰਦਾ ਹੈ ਕਿ ਅੱਛਾ ਕਰਮ ਕੀਤਾ ਹੈ, ਫਿਰ ਕਿਸ ਤਰ੍ਹਾਂ ਕਰਮ ਇਕੱਠੇ ਹੋ ਗਏ। ਦੋਸਤੋ, ਸੱਚਾਈ ਇਹ ਹੈਗੀ ਕਿ ਅੱਛੇ ਕੰਮਾਂ ਨਾਲ ਵੀ ਕਰਮ ਬਣਦੇ ਹਨ। ਚੰਗੇ ਕਰਮ ਕਰਨ ਨਾਲ ਮੇਰਾ ਵੀ ਚੰਗਾ ਹੋਏਗਾ, ਇਸ ਤਰ੍ਹਾਂ ਦੀ ਚਾਹ ਰੱਖਣ ਨਾਲ ਵੀ ਉਹ ਕੰਮ ਕਰਮ ਬਣ ਜਾਂਦਾ ਹੈ। ਚੰਗੇ ਕਰਮ ਇਸ ਜਨਮ ਵਿੱਚ ਵੀ ਚੰਗੇ ਹੋਣਗੇ ਤੇ ਅਗਲੇ ਜਨਮ ਵਿੱਚ ਵੀ ਚੰਗੇ ਹੁੰਦੇ ਹਨ। ਪਰ ਕਰਮ ਤੇ ਕਰਮ ਹੀ ਹੁੰਦੇ ਹਨ, ਚਾਹੇ ਚੰਗਾ ਹੋਵੇ ਚਾਹੇ ਮਾੜਾ। ਸਾਨੂੰ ਇੱਕ ਵਾਰ ਫੇਰ ਜੀਵਨ ਚੱਕਰ ਵਿੱਚ ਲਿਆਉਣ ਦਾ ਕੰਮ ਕਰਦੇ ਨੇ ਤੇ ਫਿਰ ਤੋਂ ਨਵੇਂ ਕਰਮਾਂ ਦਾ ਲੇਖਾ ਜੋਖਾ ਸ਼ੁਰੂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਕਰਮ ਚੱਕਰ ਤੋਂ ਪਾਰ ਕਰਨ ਲਈ ਹਰੇਕ ਨੂੰ ਚੰਗੇ ਤੇ ਮਾੜੇ ਸਾਰੇ ਕਰਮਾਂ ਤੋਂ ਵੀ ਪਾਰ ਹੋਣਾ ਪੈਂਦਾ ਹੈ। ਹੁਣ ਸਵਾਲ ਉੱਠਦਾ ਹੈ ਕਿ ਚੰਗੇ ਕਰਮ ਦੇ ਨਾਲ ਕਿਵੇਂ ਪਾਰ ਲੰਘੀਏ। ਦੂਜਿਆਂ ਵਾਸਤੇ ਤੁਸੀਂ ਜਿਹੜੇ ਚੰਗੇ ਕੰਮ ਕੀਤੇ ਨੇ ਉਹਨਾਂ ਦਾ ਭਲਾ ਹੀ ਹੋਇਆ ਹੈ ਤੇ ਇਹ ਤੇ ਚੰਗਾ ਕੰਮ ਹੈ। ਤੁਸੀਂ ਚੰਗੇ ਕੰਮ ਕਰਨ ਨੂੰ ਆਪਣੀ ਆਦਤ ਸਮਝਿਓ। ਚੰਗੇ ਕੰਮ ਕਰਨਾ ਤੇ ਚੰਗਾ ਮਹਿਸੂਸ ਕਰਨਾ ਹਰ ਆਤਮਾ ਦਾ ਕੁਦਰਤੀ ਗੁਣ ਹੈਗਾ ਅਤੇ ਘਮੰਡ ਨਹੀਂ ਕਰਨਾ ਚਾਹੀਦਾ ਹੈ। ਨਾ ਹੀ ਕੋਈ ਨਾਮ ਤੇ ਯਸ਼ ਦੀ ਚਾਹ ਰੱਖਣੀ ਚਾਹੀਦੀ ਹੈ। ਜੇ ਅਸੀਂ ਇਸ ਤਰ੍ਹਾਂ ਦੀ ਸੋਚ ਰੱਖਾਂਗੇ ਤੇ ਨਵੇਂ ਕਰਮ ਜਮਾ ਨਹੀਂ ਹੋਣਗੇ। ਦੋਸਤੋ, ਕਰਮ ਕਰੀ ਜਾਓ, ਫਲ ਦੀ ਇੱਛਾ ਨਾ ਰੱਖੋ। ਕੁਦਰਤੀ ਗੁਣਾਂ ਵਿੱਚ ਸਥਿਤ ਰਹਿੰਦੇ ਹੋਏ ਚੰਗੇ ਕੰਮਾਂ ਦੇ ਪ੍ਰਾਪਤ ਹੋਏ ਫਲ ਨੂੰ ਸੰਸਾਰ ਦੇ ਕਲਿਆਣ ਵਾਸਤੇ ਤੇ ਆਪਣੀ ਉન્નਤੀ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਗਿਆਨ ਨੂੰ ਪਾ ਕੇ ਸੁਖ ਸ਼ਾਂਤੀ ਦੇ ਨਾਲ ਜੀਵਨ ਬਿਤਾ ਕੇ ਕਰਮਾਂ ਦੀ ਮੁਕਤੀ ਦੇ ਨੇੜੇ ਆ ਜਾਂਦੇ ਹਾਂ। ਹੁਣ ਅਸੀਂ ਸਤਯ ਕਰਮ ਦੇ ਬਾਰੇ ਵਿੱਚ ਜਾਣਕਾਰੀ ਕਰਾਂਗੇ। ਇੱਥੋਂ ਇਸ ਕਰਮ ਨੂੰ ਆਤਮਾ ਦਾ ਆਖਰੀ ਕਰਮ ਕਹਿ ਸਕਦੇ ਹਾਂ। ਜਦੋਂ ਸਾਡੇ ਚੰਗੇ ਕਰਮਾਂ ਦੀ ਮਾਤਰਾ ਮਾੜੇ ਕਰਮਾਂ ਤੋਂ ਜ਼ਿਆਦਾ ਹੋ ਜਾਂਦੀ ਹੈ, ਉਸ ਵੇਲੇ ਆਤਮਾ ਦੇ ਸੱਚੇ ਕਰਮ ਦੀ ਸ਼ੁਰੂਆਤ ਹੋ ਜਾਂਦੀ ਹੈ। ਅਸਲ ਵਿੱਚ ਚੰਗੇ ਕਰਮਾਂ ਦੀ ਮਾਤਰਾ ਜਿੰਨੀ ਜ਼ਿਆਦਾ ਹੁੰਦੀ ਹੈ, ਉਨੀ ਸੱਚੇ ਕਰਮਾਂ ਵਿੱਚ ਤੇਜ਼ੀ ਆਉਂਦੀ ਹੈ। ਸੱਚੇ ਕਰਮਾਂ 'ਚ ਦਾਖਲ ਹੋਣ ਦੇ ਉਹਨਾਂ ਦੇ ਇਹ ਫਾਇਦੇ ਰਹਿੰਦੇ ਨੇ ਕਿ ਹੁਣ ਉਹ ਆਤਮਾ ਆਪਣੇ ਸਥਿਤ ਗਤੀਆਂ ਦੇ, ਆਪਣੇ ਲਕਸ਼ ਦੇ, ਆਪਣੀ ਸ਼ਕਤੀ ਦੇ, ਆਪਣੇ ਜਨਮ ਦੇ ਮਕਸਦ ਨੂੰ ਜਾਣ ਸਕੇਗੀ ਤੇ ਉਦੋਂ ਉਹ ਆਤਮਾ
ਆਪਣੇ ਇਮਤਿਹਾਨ ਦੇ ਯੋਗ ਜਗ੍ਹਾ ਸਮੇਂ ਵਾਤਾਵਰਣ ਨੂੰ ਸਜਗ ਹੋ ਕੇ ਚੰਗੀ ਤਰ੍ਹਾਂ ਸੋਚ ਸਮਝ ਦੇ ਨਾਲ ਚੁਣ ਕੇ ਜਨਮ ਲਵੇਗੀ। ਸੱਚੇ ਕਰਮ ਕੋਲ ਪਹੁੰਚਣ ਵਾਲੀ ਆਤਮਾ ਵੀ ਇਮਤਿਹਾਨ ਲਈ ਲਿੱਤੇ ਗਏ ਜਨਮ ਦੀ ਸ਼ੁਰੂਆਤ ਵਿੱਚ ਆਪਣੀ ਤਾਕਤ ਨੂੰ ਪਛਾਣ ਨਹੀਂ ਪਾਉਂਦੀ, ਲੇਕਿਨ ਜ਼ਿਆਦਾ ਮਾਤਰਾ ਵਿੱਚ ਉਹਦੇ ਜਮ੍ਹਾਂ ਕੀਤੇ ਚੰਗੇ ਕਰਮ ਉਸ ਆਤਮਾ ਨੂੰ ਭਟਕਣ ਨਹੀਂ ਦਿੰਦੇ। ਜਦ ਉਹ ਤਰੱਕੀ ਦੇ ਰਸਤੇ ਵਧਣ ਲੱਗਦੀ ਏ, ਉਹਨੂੰ ਮਹਿਸੂਸ ਹੁੰਦਾ ਹੈ ਕਿ ਉਹ ਇਸ ਲੋਕ ਤੋਂ ਨਹੀਂ ਹੈਗੀ। ਉਹ ਕੌਣ ਹੈ? ਇਹ ਜਾਣਨ ਦੀ ਇੱਛਾ ਦੇ ਕਾਰਨ ਇੱਥੇ ਉੱਥੇ ਭਟਕਦੀ ਏ। ਜਿਸ ਸਮਾਜ ਦੇ ਵਿੱਚ ਉਹ ਰਹਿੰਦੀ ਏ, ਉਸ ਸਮਾਜ ਤੋਂ ਉਹਦਾ ਕੀ ਰਿਸ਼ਤਾ ਹੈ? ਹੁਣ ਉਸ ਦੀ ਸੋਚ ਸਮਾਜ ਤੇ ਹੀ ਸੀਮਿਤ ਨਾ ਰਹਿ ਕੇ ਪੂਰੇ ਸੰਸਾਰ ਨਾਲ ਉਹਦਾ ਕੀ ਰਿਸ਼ਤਾ ਹੈ, ਇਸ ਵਿਸ਼ੇ ਦੇ ਉੱਤੇ ਉਹਦੀ ਖੋਜ ਸ਼ੁਰੂ ਹੁੰਦੀ ਹੈ। ਜ਼ਿਆਦਾ ਸੰਜੀਦਗੀ ਨਾਲ ਖੋਜ ਕਰਦੇ ਹੋਏ ਦੂਜੀ ਸੱਚਾਈਆਂ ਦੇ ਬਾਰੇ ਵਿੱਚ ਵੀ ਪਤਾ ਲੱਗਦਾ ਹੈ। ਆਪਣੇ ਅੰਦਰ ਦੀ ਤਾਕਤ ਦੀ ਵੀ ਪਹਿਚਾਣ ਹੁੰਦੀ ਹੈ। ਉਹਨੂੰ ਇਹ ਜਾਣਕਾਰੀ ਹੁੰਦੀ ਹੈ ਕਿ ਉਹ ਦੂਜੇ ਲੋਕਾਂ ਤੋਂ ਵੀ ਜੁੜੀ ਹੋਈ ਹੈ। ਸੱਚਾ ਕਰਮ ਸ਼ੁਰੂ ਹੋਵੇਗਾ ਜਦ ਆਤਮਾ ਨੂੰ ਗਿਆਨ ਦੇ ਬਾਰੇ ਵਿੱਚ ਜਾਣਕਾਰੀ ਮਿਲਣੀ ਸ਼ੁਰੂ ਹੋਏਗੀ, ਜਾਂ ਆਤਮਾ ਗਿਆਨ ਦੇ ਬਾਰੇ ਵਿੱਚ ਜਾਣਕਾਰੀ ਕਰਨੀ ਸ਼ੁਰੂ ਕਰੇਗੀ। ਉਹਨੂੰ ਵਿਗਿਆਨ ਦੇ ਰਿਆਜ਼ ਵਿੱਚ ਹੁਸ਼ਿਆਰ ਹੋਣ ਦੀ ਲੋੜ ਹੋਵੇਗੀ, ਨਹੀਂ ਤੇ ਇਸ ਅਹਿਸਾਸ ਨਾਲ ਕਿ ਮੈਂ ਤੇ ਸਾਰੇ ਵਿਸ਼ਿਆਂ ਨੂੰ ਬਹੁਤੀ ਜਲਦੀ ਸਿੱਖ ਪਾ ਰਹੀ ਹਾਂ, ਉਹ ਆਪਣੀ ਅਤਿੰਦਰੀਏ ਸ਼ਕਤੀਆਂ ਤੋਂ ਦੇਖੇ ਹੋਏ ਵਿਸ਼ਿਆਂ ਨੂੰ ਹੀ ਆਖਰੀ ਸੱਚ ਸਮਝੇਗੀ। ਦੋਸਤੋ, ਜੋ ਤੁਸੀਂ ਦੇਖਿਆ ਹੈ ਤੇ ਜੋ ਤੁਹਾਡੇ ਸਾਹਮਣੇ ਆਇਆ ਹੈਗਾ, ਉਹ ਸਭ ਹਮੇਸ਼ਾ ਸੱਚ ਹੋਵੇ ਇਹ ਜ਼ਰੂਰੀ ਨਹੀਂ। ਸਾਰੇ ਸੰਸਾਰ ਵਿੱਚ ਅਨੇਕ ਵਿਸ਼ੇ ਤੇ ਅਨੇਕ ਚਾਲ ਚਲਨ ਹੈਗੇ ਜੋ ਲਗਾਤਾਰ ਅਥਿਰ ਹੁੰਦੇ ਨੇ, ਪਰ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਦੇਖਿਆ ਹੋਇਆ ਵਾਕਿਆ ਜਾਂ ਵਿਵਹਾਰ ਕੱਲ੍ਹ ਵੀ ਉਸੇ ਤਰ੍ਹਾਂ ਦੀ ਮਹੱਤਤਾ ਰੱਖੇ। ਇਸ ਲਈ ਤੁਸੀਂ ਕਿੰਨਾ ਵਿਗਿਆਨ ਪ੍ਰਾਪਤ ਕੀਤਾ ਹੈ, ਜਾਣਨ ਲਈ ਗਿਆਨ ਦੀ ਆਵਸ਼ਕਤਾ ਹੈਗੀ। ਜਦੋਂ ਤੱਕ ਇਹ ਗਿਆਨ ਰੂਪੀ ਕਵਚ ਤੁਹਾਡੇ ਨਾਲ ਹੈ, ਤੁਸੀਂ ਵਿਗਿਆਨ ਤੋਂ ਕਦੀ ਵੀ ਧੋਖਾ ਨਹੀਂ ਖਾ ਸਕਦੇ। ਵਿਗਿਆਨ ਇੱਕ ਸਮੁੰਦਰ ਵਰਗਾ ਹੈ। ਤੁਸੀਂ ਇੱਕ ਬਾਲਟੀ ਪਾਣੀ ਕੱਢਿਆ ਤੇ ਸਾਰੇ ਸਮੁੰਦਰ ਦੀ ਜਾਣਕਾਰੀ ਹੋ ਗਈ। ਇਸ ਤਰ੍ਹਾਂ ਦੀ ਸੋਚ ਤੁਹਾਡੀ ਮੂਰਖਤਾ ਨੂੰ ਦਰਸਾਉਂਦੀ ਹੈਗੀ। ਸਮੁੰਦਰ ਦੇ ਬਾਰੇ ਵਿੱਚ ਤੁਹਾਨੂੰ ਜਿੰਨੀ ਵੀ ਜਾਣਕਾਰੀ ਹੋਵੇ, ਉਹ ਥੋੜ੍ਹਾ ਹਿੱਸਾ ਹੀ ਸੱਚ ਹੋਵੇਗੀ, ਸਾਰਾ ਸੱਚ ਨਹੀਂ। ਇਸ ਲਈ ਵਿਗਿਆਨ ਨੂੰ ਸਵੀਕਾਰਦੇ ਹੋਏ, ਪ੍ਰਾਪਤ ਕਰਦੇ ਹੋਏ, ਜਮ੍ਹਾਂ ਕਰਦੇ ਹੋਏ ਤੇ ਆਖਰੀ ਸੱਚ ਤੱਕ ਪਹੁੰਚਣ ਤੱਕ ਤੁਸੀਂ ਕੋਈ ਇੱਕ ਫੈਸਲੇ 'ਤੇ ਨਾ ਆ ਕੇ ਸਜਗਤਾ ਨਾਲ ਜਿੰਨਾ ਤੁਹਾਨੂੰ ਪਤਾ ਹੈ ਬਸ ਓਨਾ ਹੀ ਜ਼ਿਕਰ ਕਰਕੇ ਦੂਜਿਆਂ ਦਾ ਮਾਰਗਦਰਸ਼ਨ ਕਰ ਸਕਦੇ ਹੋ। ਜੇ ਤੁਹਾਨੂੰ ਕਿਸੇ ਸਵਾਲ ਦਾ ਜਵਾਬ ਨਹੀਂ ਪਤਾ, ਤੁਸੀਂ ਗਲਤ ਜਵਾਬ ਨਾ ਦਿਓ। ਮੈਂ ਇਹਦਾ ਜਵਾਬ ਲੱਭ ਕੇ ਤੁਹਾਨੂੰ ਦੱਸੂੰਗਾ, ਇਸ ਤਰ੍ਹਾਂ ਕਹਿ ਸਕਦੇ ਹੋ। ਦੋਸਤੋ, ਸਾਰੀ ਆਤਮਾਵਾਂ ਨੂੰ ਆਪਣੇ ਆਪ ਨੂੰ ਅੰਧ ਵਿਸ਼ਵਾਸ ਤੇ ਪੁਰਾਣੀ ਮਾਨਿਅਤਾਵਾਂ ਤੋਂ ਆਪ ਹੀ ਕੱਢਣਾ ਪਏਗਾ। ਤੁਸੀਂ ਕੇਵਲ ਤੁਹਾਡੇ ਪੱਕੇ ਤੇ ਜਾਣੇ ਹੋਏ ਵਿਸ਼ਿਆਂ ਦੇ ਬਾਰੇ ਵਿੱਚ ਦੱਸ ਸਕਦੇ ਹੋ, ਸਮਝਾ ਸਕਦੇ ਹੋ, ਕਰਕੇ ਦਿਖਾ ਸਕਦੇ ਹੋ, ਬਸ ਇੰਨਾ ਹੀ। ਉਹ ਵੀ ਤੁਹਾਡੇ ਜਾਣੇ ਹੋਏ ਮਾਰਗ ਦੇ ਪਿੱਛੇ ਚੱਲਣ। ਤੁਸੀਂ ਇਸ ਤਰ੍ਹਾਂ ਦੂਸਰੇ ਦੇ ਉੱਤੇ ਥੋਪ ਨਹੀਂ ਸਕਦੇ। ਸਭ ਨੂੰ ਆਪਣਾ ਦੀਵਾ ਖੁਦ ਹੀ ਬਾਲਣਾ ਪਵੇਗਾ। ਦੋਸਤੋ, ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਗਲੇ ਆਡੀਓ ਵਿੱਚ ਕਰਾਂਗੇ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ।